ਸਵਾਗਤ ਹੈ ਤੁਹਾਡੇ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਜਸਲੀਨ ਕਾਲਰਾ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਹਰ ਸਾਲ ਆਯੋਜਿਤ ਕੀਤੇ ਜਾਂਦੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਦੇ ਵਿੱਚ ਇਸ ਸਾਲ ਇੱਕ ਵਰਕਸ਼ਾਪ ਲਗਾਈ ਗਈ ਹੈ, ਪ੍ਰੋਡਿਊਸਰਸ ਵਰਕਸ਼ਾਪ ਵਿਦ ਹਰਪਾਲ ਸਿੰਘ। ਤੇ ਇਸੇ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਹਰਪਾਲ ਸਿੰਘ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਹਰਪਾਲ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਇਹ ਵਰਕਸ਼ਾਪ ਕੀ ਹੈਗੀ ਹੈ ਐਂਡ ਕਿਸ ਮਕਸਦ ਦੇ ਨਾਲ ਇਸ ਵਰਕਸ਼ਾਪ ਨੂੰ ਤੁਸੀਂ ਆਰਗੇਨਾਈਜ਼ ਕਰ ਰਹੇ ਹੋ? ਇਟਸ ਨੋਨ ਐਜ਼ ਪ੍ਰੋਡਿਊਸਰਸ ਵਰਕਸ਼ਾਪ। ਜਿਹੜੇ ਸਾਡੇ ਫਿਲਮਾਂ ਬਣਾਉਂਦੇ ਨੇ, ਪ੍ਰੋਡਿਊਸ ਕਰਦੇ ਨੇ ਜਾਂ ਕਰਨੀਆਂ ਚਾਹੁੰਦੇ ਨੇ ਮੋਸਟਲੀ, ਉਹਨਾਂ ਨੂੰ ਇਨਸਾਈਟਸ ਦੇਣ ਵਾਸਤੇ ਕਿ ਐਕਚੁਅਲੀ ਫਿਲਮ ਪ੍ਰੋਡਿਊਸ ਕਰਨ ਦਾ ਪ੍ਰੋਸੈਸ ਕੀ ਆ, ਕਿਹੜੀਆਂ ਚੀਜ਼ਾਂ ਉਹਨਾਂ ਨੂੰ ਜੇ ਪਹਿਲਾਂ ਪਤਾ ਹੋਣ ਤੇ ਉਹ ਹੋਰ ਵਧੀਆ ਕੰਮ ਕਰ ਸਕਦੇ ਨੇ ਜੀ। ਪ੍ਰੋਡਿਊਸਰ ਦੇ ਰੋਲ ਦੀ ਜੇ ਅਸੀਂ ਗੱਲ ਕਰੀਏ ਤੇ ਕਿੰਨਾ ਅਹਿਮ ਹੁੰਦਾ ਇੱਕ ਪ੍ਰੋਡਿਊਸਰ ਦਾ ਰੋਲ ਫਿਲਮ ਇੰਡਸਟਰੀ ਦੇ ਵਿੱਚ? ਵੈਲ, ਪ੍ਰੋਡਿਊਸਰ ਦੇ ਨਾਲ ਹੀ ਸਾਰਾ ਕੁਝ ਸ਼ੁਰੂ ਹੁੰਦਾ, ਪ੍ਰੋਡਿਊਸਰ ਦੇ ਨਾਲ ਹੀ ਸਾਰਾ ਕੁਝ ਡਿਲੀਵਰ ਹੁੰਦਾ ਓਵਰਆਲ, ਤੇ ਪ੍ਰੋਡਿਊਸਰ ਦੇ ਕਰਕੇ ਹੀ ਫਿਲਮ ਪੁੱਟ ਟੂਗੇਦਰ ਹੁੰਦੀ, ਬਣਦੀ ਸਾਰੀ ਦੀ ਸਾਰੀ। ਪਰ ਇਹ ਹੈ ਕਿ ਉਹਦੀਆਂ ਅੱਗੇ ਫਿਰ ਬੜੀਆਂ ਡਿਟੇਲਸ ਹੈਗੀਆਂ ਨੇ ਕਿ ਪ੍ਰੋਡਿਊਸਰਸ ਵੀ ਫਰਦਰ ਕੈਟਾਗਰੀਜ਼ ਹੁੰਦੀਆਂ ਨੇ। ਪ੍ਰੋਡਿਊਸਰ ਹੈ, ਕੋ ਪ੍ਰੋਡਿਊਸਰਸ ਹੈ, ਐਸੋਸੀਏਟ ਪ੍ਰੋਡਿਊਸਰਸ ਨੇ, ਐਗਜ਼ੀਕਿਊਟਿਵ ਪ੍ਰੋਡਿਊਸਰ ਹੈ। ਉਹ ਫਿਰ ਅਲੱਗ-ਅਲੱਗ ਆਪਣੇ ਰੋਲ ਜਿਹੜੇ ਉਹ ਲੈਂਦੇ ਨੇ ਤੇ ਉਹ ਆਪਣਾ ਕੰਮ ਕਰਦੇ ਨੇ ਜੀ। ਕਿੰਨਾ ਔਖਾ ਹੁੰਦਾ ਹੈ ਇੱਕ ਫਿਲਮ ਨੂੰ ਤਿਆਰ ਕਰਨਾ, ਪੂਰੀ ਇੱਕ ਰॉ ਸਕ੍ਰਿਪਟ ਤੋਂ ਲੈ ਕੇ ਇੱਕ ਪੂਰੀ ਫਿਲਮ ਬਣਾਉਣਾ ਕਿੰਨਾ ਔਖਾ ਹੁੰਦਾ ਹੈ? ਜੇ ਤੇ ਪਤਾ ਹੈ ਸਾਰਾ ਕੁਝ ਫਿਰ ਤਾਂ ਬਹੁਤ ਹੀ ਸਮੂਥ ਸੇਲ ਹੈ ਇੱਕ, ਹੈ ਨਾ। ਜਸਟ ਲਾਈਕ ਕਿਸੇ ਵੀ ਹੋਰ ਬਿਜ਼ਨਸ ਨੂੰ ਪੁੱਟ ਟੂਗੇਦਰ ਕਰਨ ਵਾਲੀ ਗੱਲ ਹੀ ਹੁੰਦੀ ਆ। ਜਿਹਨੂੰ ਪਤਾ ਹੈ ਉਹ ਬੜੇ ਆਰਾਮ ਨਾਲ ਸਾਰਾ ਕੁਝ ਕਰ ਲੈਂਦਾ, ਤੇ ਜਿਨ੍ਹਾਂ ਨੂੰ ਪੂਰੀਆਂ ਡਿਟੇਲਸ ਨਹੀਂ ਪਤਾ ਹੁੰਦਾ, ਜਿਹੜੇ ਬਿਨਾਂ ਸੋਚੇ ਸਮਝੇ ਸਿੱਖੇ ਤੋਂ ਹੀ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜਸਟ ਇਕੱਲੇ ਪੈਸੇ ਅਰੇਂਜ ਕਰਕੇ, ਤੇ ਉਹ ਫਿਰ ਉਹ ਆਪਣੇ ਲਈ ਅਨਨੈਸੈਸਰਲੀ ਉਹ ਜਿਹੜੇ ਨੇ ਕਰ ਲੈਂਦੇ ਨੇ ਚੈਲੰਜਸ ਕ੍ਰੀਏਟ, ਜਿਨ੍ਹਾਂ ਦਾ ਫਿਲਮ ਮੇਕਿੰਗ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਬਣਨੀ ਤਾਂ ਫਿਲਮ ਚਾਹੀਦੀ ਸੀ ਤੇ ਸਾਰਾ ਧਿਆਨ ਉਹ ਹੋਰ ਹੀ ਚੀਜ਼ਾਂ ਮੈਨੇਜ ਕਰਨ 'ਚ ਲੱਗੀ ਜਾਂਦਾ ਪਿਆ। ਸੋ ਉਹ ਇਟ ਜਸਟ ਡਿਪੈਂਡਸ ਵੀ ਕਿੰਨਾ। ਤੇ ਇਹੀ ਸਾਡੀ ਇੰਟੈਂਸ਼ਨ ਹੈ ਵੀ ਉਹ ਪਤਾ ਲੱਗ ਸਕਣ ਪਹਿਲਾਂ ਗੱਲਾਂ, ਜਿਹੜੀਆਂ ਬਾਅਦ ਦੇ ਵਿੱਚੋਂ ਕੋਈ ਕਹੇ ਕਿ ਕਾਸ਼ ਮੈਨੂੰ ਪਤਾ ਹੁੰਦਾ। ਉਹਦੇ ਤੋਂ ਚੰਗਾ ਹੈ ਕਿ ਅਸੀਂ ਪਹਿਲਾਂ ਹੀ ਸਾਰੀ ਗੱਲ ਖੋਲ੍ਹ ਕੇ ਦੱਸੀਏ ਵੀ ਦਿਸ ਇਜ਼ ਦਾ ਪ੍ਰੋਸੈਸ। ਇਹਨਾਂ ਗੱਲਾਂ ਦਾ ਖਿਆਲ ਰੱਖੋ ਜੀ। ਤੁਸੀਂ ਆਪ ਵੀ ਹਰਪਾਲ ਜੀ ਫਿਲਮ ਬਣਾਈਆਂ ਨੇ, ਉਹ ਤੁਹਾਡੇ ਤਜਰਬੇ ਦੀ ਵੀ ਅਸੀਂ ਗੱਲ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਜਾਣਨਾ ਚਾਹਾਂਗੇ ਵਟ ਆਰ ਦ ਕੀ ਸਟੇਜਸ ਫਰੋਮ ਮੇਕਿੰਗ ਅ ਫਿਲਮ, ਫਰੋਮ ਐਨ ਇਨੀਸ਼ੀਅਲ ਆਈਡੀਆ ਟੂ ਵਾਚਿੰਗ ਇਟ ਔਨ ਅ ਬਿਗ ਸਕਰੀਨ? ਪ੍ਰੋਸੈਸ ਥਾਟ ਨਾਲ ਹੀ ਸ਼ੁਰੂ ਹੁੰਦਾ ਹੈ। ਕਿਸੇ ਦੇ ਮਨ 'ਚ ਵੀ ਖਿਆਲ ਹੈ ਕਿ ਮੈਂ ਕਿਸੇ ਤਰ੍ਹਾਂ ਦੀ ਖਾਸ ਕੋਈ ਫਿਲਮ ਬਣਾਉਣੀ ਆ, ਭਾਵੇਂ ਉਹਨੂੰ ਜਾਂ ਕੋਈ ਆ ਕੇ ਸੁਣਾਉਂਦਾ ਕਿ ਇਹ ਇੱਕ ਆਈਡੀਆ, ਇਹਦੇ 'ਤੇ ਫਿਲਮ ਕਰੀਏ। ਦੈਟਸ ਦ ਐਬਸੋਲੂਟ ਸਟਾਰਟਿੰਗ ਪੁਆਇੰਟ। ਫਿਰ ਉਹਨੂੰ ਡਿਵੈਲਪ ਕਰਨਾ, ਇਹ ਆਪਣੇ ਆਪ 'ਚ ਇੱਕ ਪ੍ਰੋਸੈਸ ਹੈ ਜਿਹੜਾ ਕਿ ਆਪਾਂ ਘੱਟ ਤਵੱਜੋ ਦਿੰਦੇ, ਜਿਸ 'ਤੇ ਕੰਮ ਘੱਟ ਹੁੰਦਾ ਸਾਡੀ ਇੰਡਸਟਰੀ ਵਿੱਚ, ਪੰਜਾਬੀ ਇੰਡਸਟਰੀ ਵਿੱਚ ਖਾਸ ਕਰਕੇ, ਕਿਉਂਕਿ ਜਿਹੜੇ ਤਾਂ ਫਿਲਮ ਆਲਰੇਡੀ ਬਣਾਉਂਦੇ ਨੇ ਗਰੁੱਪ, ਉਹਨਾਂ ਨੂੰ ਪਤਾ ਕਿ ਆਪਾਂ ਔਨ ਦਾ ਵੇ ਸਾਰਾ ਕੁਝ ਕਰੀ ਜਾਣਾ ਨਾਲ। ਤੇ ਉਹਨਾਂ ਦੇ ਦੇਖਾ ਦੇਖੀ ਮੋਸਟ ਆਫ ਦ ਨਿਊ ਪ੍ਰੋਡਿਊਸਰਸ ਫੋਲੋ ਦ ਸੇਮ ਪੈਥ ਓਨਲੀ ਟੂ ਫਾਈਂਡ ਆਊਟ ਵੀ ਇਹ ਤਾਂ ਰਹਿ ਗਿਆ, ਇਹ ਗੱਲ ਦਾ ਪਹਿਲਾਂ ਖਿਆਲ ਹੀ ਨਹੀਂ ਕੀਤਾ। ਸੋ ਕਈ ਚੀਜ਼ਾਂ ਲਾਸਟ ਸਟੇਜ ਦੇ ਉੱਤੇ ਵੀ ਹੁੰਦੀਆਂ ਦੇਖੀਆਂ ਨੇ ਜਿਹੜੀਆਂ ਬਿਲਕੁਲ ਸ਼ੁਰੂ 'ਚ ਹੋਈਆਂ ਹੋਣੀਆਂ ਚਾਹੀਦੀਆਂ ਸੀ। ਸੋ ਡਿਵੈਲਪਮੈਂਟ ਇਜ਼ ਨੰਬਰ 1 ਪ੍ਰੋਸੈਸ, ਜਿਹਦੇ 'ਚ ਤੁਸੀਂ ਸਾਰਾ ਆਪਣਾ ਵਿਜ਼ਨ ਕਲੀਅਰ ਕਰਦੇ ਹੋ, ਕਿੱਦਾਂ ਦੀ ਫਿਲਮ ਸਟਰਕਚਰ ਕਰਨੀ ਆ, ਕਿੱਥੇ ਜਾਏਗੀ, ਕਿਹੜੀ ਮਾਰਕੀਟ 'ਚ ਜਾਏਗੀ। ਉਹ ਸਾਰੀਆਂ ਗੱਲਾਂ ਦੀ ਇੱਕ ਸਟੱਡੀ, ਇੱਕ ਰਿਸਰਚ ਕਹਿ ਲਓ ਫੇਜ਼ ਹੁੰਦਾ ਜਿਹੜਾ ਕਰ ਲੈਣਾ ਚਾਹੀਦਾ। ਉਹ ਘੱਟ ਕਰਦੇ ਆਪਾਂ, ਧਿਆਨ ਨਹੀਂ ਦਿੰਦੇ। ਵੈਰੀ ਕ੍ਰਿਟੀਕਲ ਐਲੀਮੈਂਟ। ਦੈਨ ਕਮਸ ਸਕ੍ਰਿਪਟਿੰਗ, ਕਿ ਸਕ੍ਰਿਪਟ ਤਿਆਰ ਹੋਵੇ, ਵਿਚ ਇਜ਼ ਐਕਚੁਅਲੀ ਸਮਝਣ ਵਾਸਤੇ ਆਪਾਂ ਇੱਕ ਘਰ ਦਾ ਨਕਸ਼ਾ ਕਹਿ ਸਕਦੇ ਹਾਂ ਵੀ ਜੇ ਆਪਾਂ ਘਰ ਬਣਾਉਣਾ ਵਾ ਤੇ ਉਹਦਾ ਜੇ ਨਕਸ਼ਾ ਪਹਿਲਾਂ ਚੰਗੀ ਤਰ੍ਹਾਂ ਆਰਕੀਟੈਕਟ ਕੋਲੋਂ ਡਰਾ ਕਰਵਾ ਲਈਏ, ਆਪ ਉਹਦੇ ਵਿੱਚ ਆਪਣੀ ਇਨਪੁਟਸ ਦੇ ਦਈਏ, ਪਰਿਵਾਰ ਨੂੰ ਕੀ ਚਾਹੀਦਾ, ਉਹਦੇ 'ਚ ਕਿੱਦਾਂ ਹੋਣਾ, ਕਿਹੜੀ ਚੀਜ਼ ਕਿੱਥੇ ਜਾਊਗੀ, ਤੇ ਉਹਦੀ ਕੰਸਟਰਕਸ਼ਨ ਮਚ ਸਮੂਥ ਹੋ ਸਕਦੀ ਆ, ਫਾਸਟ ਹੁੰਦੀ ਆ ਔਰ ਸੋਹਣੀ ਹੁੰਦੀ ਆ। ਦੂਜਾ, ਇੱਕ ਪੁਰਾਣੇ ਤਰੀਕਿਆਂ ਨਾਲ ਮੇਰੇ ਆਪਣਾ ਬਚਪਨ ਦਾ ਯਾਦ ਆ, ਸਾਡਾ ਘਰ ਜਦੋਂ ਬਣਿਆ ਸੀਗਾ ਤੇ ਉਦੋਂ ਨਾਲੇ ਤੇ ਉਹ ਇੱਟਾਂ ਲਾਈ ਜਾਂਦੇ ਸੀ, ਨਾਲੇ ਸਲਾਹਾਂ ਕਰੀ ਜਾਂਦੇ ਸੀ ਵੀ ਇੱਥੋਂ ਜੇ 2 ਫੁੱਟ ਹੋਰ ਵਧਾ ਲਈਏ ਤੇ ਇਹ ਸਟੋਰ ਦੀ ਬਜਾਏ ਤੇ ਕਮਰਾ ਹੀ ਬਣ ਸਕਦਾ ਵਾ, ਤੇ ਤੁਹਾਡਾ ਇੱਕ ਕਮਰਾ ਵੱਧ ਜੂਗਾ। ਹਾਂ, ਅੱਛਾ ਜੀ, ਵਧਾ ਦਿਓ ਜੀ, ਕਮਰਾ ਬਣਾ ਦਿਓ। ਉਹ ਮਤਲਬ ਬਣਨ ਤੋਂ ਬਾਅਦ ਹੀ ਪਤਾ ਲੱਗਾ ਸੀ ਵੀ ਸਾਡਾ ਘਰ ਕਿੱਦਾਂ ਦਾ ਬਣਿਆ। ਅਨਫੋਰਚੂਨੇਟਲੀ ਸਕ੍ਰਿਪਟਸ ਦੇ ਉੱਤੇ ਉਹਨਾਂ ਕੰਮ ਨਹੀਂ ਕੀਤਾ ਜਾਂਦਾ ਪਹਿਲਾਂ, ਤੇ ਜਿਹਦੇ ਕਰਕੇ ਉਹ ਕਈ ਵਾਰੀ ਸ਼ੂਟ 'ਤੇ ਤਾਂ ਪਤਾ ਹੀ ਨਹੀਂ ਹੁੰਦਾ ਬਹੁਤ ਸਾਰੀਆਂ ਫਿਲਮ ਮੇਕਰਸ ਨੂੰ ਵੀ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਨਾਲ ਸ਼ੂਟ ਕਰੀ ਜਾਣਾ, ਨਾਲੇ ਸੋਚੀ ਜਾਣਾ, ਨਾਲੇ ਲਿਖੀ ਜਾਣਾ, ਤੇ ਕਈ ਵਾਰੀ ਤਾਂ ਐਡਿਟ 'ਤੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਫਿਲਮ ਬਣਨੀ ਕੀ ਹੈ।
ਸੋ ਸਕ੍ਰਿਪਟ ਇਜ਼ ਨੰਬਰ 2 ਸਟੈਪ, ਜਿਹੜਾ ਮੈਕਸਿਮਮ ਉਹਦੇ ਤੇ ਟਾਈਮ ਲਾ ਲੈਣਾ ਚਾਹੀਦਾ, ਉਹਦੇ ਤੇ ਕੰਮ ਕਰ ਲੈਣਾ ਚਾਹੀਦਾ, ਉਹਦੇ 'ਚ ਸਾਰੀਆਂ ਡਿਟੇਲਸ ਕਰ ਲੈਣੀਆਂ ਚਾਹੀਦੀਆਂ। ਦੈਨ ਕਮਸ ਪ੍ਰੀ ਪ੍ਰੋਡਕਸ਼ਨ। ਉਹ ਜੇ ਤੁਹਾਡੇ ਕੋਲ ਪ੍ਰੋਪਰ ਸਕ੍ਰਿਪਟ, ਪੂਰੀ ਪ੍ਰੋਡਕਸ਼ਨ ਸਕ੍ਰਿਪਟ ਰੈਡੀ ਆ, ਫਿਰ ਪ੍ਰੀ ਪ੍ਰੋਡਕਸ਼ਨ ਜਿਹੜੀ ਆ ਉਹ ਬੜੀ ਫਰੂਟਫੁਲ, ਪ੍ਰੋਡਕਟਿਵ ਹੋ ਸਕਦੀ ਆ, ਕਿਉਂਕਿ ਉਹਦੇ 'ਚ ਫਿਰ ਸਾਰੀਆਂ ਡਿਟੇਲਸ ਹੁੰਦੀਆਂ ਵੀ ਕਿੰਨੇ ਦਿਨ ਕਿਹੜਾ ਕਿਹੜਾ ਕੰਮ ਕਰਾਂਗੇ, ਕਿਹੜਾ ਐਕਟਰ ਚਾਹੀਦਾ, ਕਿੰਨੇ ਦਿਨਾਂ ਲਈ ਚਾਹੀਦਾ, ਕਿਹੜੀਆਂ ਚੀਜ਼ਾਂ, ਕਿੱਦਾਂ ਦੀਆਂ ਲੋਕੇਸ਼ਨਾਂ, ਹਰ ਡਿਟੇਲ ਉਹਦੇ 'ਚ ਪਹਿਲਾਂ ਜੇ ਕੀਤੀ ਹੋਵੇ ਤੇ ਉਹ ਪ੍ਰੀ ਪ੍ਰੋਡਕਸ਼ਨ ਦੇ ਵਿੱਚ ਤੁਸੀਂ ਸਾਰਾ ਅਰੇਂਜ ਕਰਕੇ, ਲਾਈਨ ਅਪ ਕਰਕੇ ਰੱਖ ਸਕਦੇ ਆ, ਰੱਖ ਲੈਣਾ ਚਾਹੀਦਾ। ਤੇ ਫਿਰ ਸ਼ੂਟਿੰਗ ਹੈ, ਪ੍ਰੋਡਕਸ਼ਨ ਜਿਹਨੂੰ ਅਸੀਂ ਕਹਿੰਦੇ ਆ, ਉਹ ਜੇ ਪਹਿਲੇ 3 ਸਟੈਪ ਸਹੀ ਹੋਏ ਹੋਣ ਫਿਰ ਉਹ ਬਹੁਤ ਹੀ ਵਧੀਆ, ਸਮੂਥ, ਕ੍ਰੀਏਟਿਵ ਤੇ ਜਿਹੜੀ ਪ੍ਰੋਡਕਟਿਵ ਹੁੰਦੀ ਆ। ਅਦਰਵਾਈਜ਼ ਬਹੁਤ ਸਾਰੇ ਸੈਟਸ ਤੇ ਮੈਂ ਦੇਖਿਆ ਵੀ ਜਿੱਦਾਂ ਵਿਆਹ ਰੱਖਿਆ ਹੁੰਦਾ, ਉਹੋ ਜਿਹਾ ਮਾਹੌਲ ਬਣਿਆ ਹੁੰਦਾ, ਕਦੇ ਮਾਮਾ ਰੁੱਸ ਗਿਆ, ਕਦੇ ਚਾਚਾ ਰੁੱਸ ਗਿਆ, ਕਿਤੇ ਇਹਨੂੰ ਰੋਟੀ ਨਹੀਂ ਮਿਲੀ, ਉਹਨੂੰ ਚਾਹ ਨਹੀਂ ਮਿਲੀ, ਉਹ ਉਹਨਾਂ ਚੀਜ਼ਾਂ 'ਚ ਉਲਝ ਕੇ ਰਹਿ ਜਾਂਦੇ ਆ ਤੇ ਉਹ ਜਿਹੜਾ ਅਸਲ ਕੰਮ ਆ ਉਹ ਬਹੁਤ ਔਖਾ ਹੋ ਜਾਂਦਾ। ਤੇ ਦੈਨ ਕਮਸ ਪੋਸਟ ਪ੍ਰੋਡਕਸ਼ਨ, ਜਿਹਦੇ ਵਿੱਚ ਅਗੇਨ ਜੇ ਪਹਿਲਾਂ ਡਿਵੈਲਪਮੈਂਟ ਤੇ ਸਕ੍ਰਿਪਟ ਲੈਵਲ ਦੇ ਉੱਤੇ ਚੀਜ਼ਾਂ ਨੂੰ ਧਿਆਨ ਰੱਖ ਕੇ, ਪੋਸਟ ਪ੍ਰੋਡਕਸ਼ਨ ਨੂੰ ਵੀ ਧਿਆਨ ਰੱਖ ਕੇ ਕੰਮ ਕੀਤਾ ਜਾਵੇ ਤੇ ਐਕਚੁਅਲੀ ਫਿਲਮਾਂ ਬਹੁਤ ਘੱਟ ਪੈਸਿਆਂ ਨਾਲ ਬਣ ਸਕਦੀਆਂ ਨੇ ਰਿਲੇਟਿਵਲੀ, ਜਿੰਨੇ ਪੈਸੇ ਲਾ ਦਿੱਤੇ ਜਾਂਦੇ ਨੇ ਉਹਨਾਂ ਨਾਲੋਂ, ਕਿਉਂਕਿ ਅੱਜ ਟੈਕਨੀਕ ਇੰਨੀ ਜ਼ਿਆਦਾ ਆ ਗਈ ਆ ਕਿ ਬਹੁਤ ਸਾਰਾ ਕੰਮ ਜਿਹੜਾ ਵਾ ਜੇ ਉਹ ਪੂਰੀ ਜਾਣਕਾਰੀ ਦੇ ਨਾਲ ਕੀਤਾ ਜਾਵੇ ਔਰ ਸਹੀ ਟਾਈਮ ਦੇ ਉੱਤੇ ਕੀਤਾ ਜਾਵੇ ਤੇ ਕਾਸਟ ਬੜੀ ਕੰਟਰੋਲ ਕੀਤੀ ਜਾ ਸਕਦੀ ਆ। ਤੇ ਜੇ ਕਾਸਟ ਕੰਟਰੋਲ ਦੇ ਨਾਲ ਬੈਟਰ ਫਿਲਮ ਬਣੀ ਹੋਈ ਆ, ਉਹ ਤੁਹਾਡੀ ਫਿਲਮ ਤਿਆਰ ਹੋ ਗਈ ਪੋਸਟ ਪ੍ਰੋਡਕਸ਼ਨ ਦੇ ਵਿੱਚ, ਦੈਨ ਕਮਸ ਮਾਰਕੀਟਿੰਗ ਐਂਡ ਡਿਸਟ੍ਰੀਬਿਊਸ਼ਨ। ਉਹ 2 ਅਲੱਗ ਚੀਜ਼ਾਂ ਨੇ ਪਰ ਬੜੀਆਂ ਹੀ ਕ੍ਰਿਟੀਕਲ ਨੇ ਆਫ ਕੋਰਸ। ਤੇ ਹੋਰ ਚੰਗਾ ਹੋਵੇ ਅਗੇਨ ਜੇ ਡਿਵੈਲਪਮੈਂਟ ਸਟੇਜ ਤੇ ਹੀ ਪਤਾ ਹੋਵੇ ਮਾਰਕੀਟ ਕਿਹੜੀ ਲਈ ਕਿੱਦਾਂ ਟਾਰਗੇਟ ਕਰ ਰਹੇ, ਜਿਹੜੀ ਗੱਲ ਸੋਚਦਾ ਹੀ ਨਹੀਂ ਕੋਈ, ਮਤਲਬ ਪਹਿਲਾਂ ਤੇ ਤੁਹਾਨੂੰ ਇਹੀ ਹੁੰਦੀ ਆ ਕਿ ਫਿਲਮ ਬਣਾਈਏ, ਪਰ ਉਹ ਜਾਣੀ ਕਿੱਥੇ ਆ, ਕਿੱਦਾਂ ਡਿਸਟ੍ਰੀਬਿਊਟ ਹੋਣੀ ਆ, ਕਿੱਦਾਂ ਸ਼ੋਕੇਸ ਹੋਣੀ ਆ, ਕਿੱਦਾਂ ਮਾਰਕੀਟ ਕਰਨੀ ਆ, ਉਹ ਗੱਲਾਂ ਪਹਿਲਾਂ ਤੋਂ ਧਿਆਨ 'ਚ ਰੱਖ ਕੇ ਕੀਤੀਆਂ ਜਾਣ ਤੇ ਦੈਨ ਮਾਰਕੀਟਿੰਗ ਕੈਨ ਬੀ ਵੈਰੀ ਇਫੈਕਟਿਵ। ਇਫ ਵੀ ਡੂ ਇਫੈਕਟਿਵ ਮਾਰਕੀਟ ਦੈਨ ਡਿਸਟ੍ਰੀਬਿਊਸ਼ਨ ਜਿਹੜੀ ਆ ਉਹ ਫਰੂਟਫੁਲ ਹੁੰਦੀ ਆ, ਫਿਲਮਾਂ ਜਿਹੜੀਆਂ ਸਿਨੇਮਾ 'ਚ ਐਗਜ਼ੀਬਿਟ ਹੁੰਦੀਆਂ ਉਹ ਫਰੂਟਫੁਲ ਹੁੰਦੀਆਂ। ਅਦਰਵਾਈਜ਼ ਕਈ ਵਾਰੀ ਬਹੁਤ ਵਧੀਆ ਫਿਲਮਾਂ ਵੀ ਬੜੇ ਵੱਡੇ ਲੈਵਲ ਤੇ ਡਿਸਟ੍ਰੀਬਿਊਟ ਕਰਨ ਦੇ ਬਾਵਜੂਦ ਵੀ ਕੰਮ ਨਹੀਂ ਉਹਨਾਂ ਕਰ ਪਾਉਂਦੀਆਂ, ਕਿਉਂਕਿ ਉਹ ਮਾਰਕੀਟਿੰਗ ਉਹਨਾਂ ਦੀ ਸਹੀ ਨਹੀਂ ਹੋਈ ਹੁੰਦੀ, ਉਹਨੂੰ ਲੱਕ ਤੇ ਛੱਡ ਦਿੱਤਾ ਜਾਂਦਾ। ਬਟ ਥੀਸ ਆਰ ਦ ਮੇਜਰ ਸਟੈਪ। ਜੀ, ਬਜਟ ਔਰ ਬਾਕਸ ਆਫਿਸ ਦੀ ਅਸੀਂ ਗੱਲ ਵੀ ਜ਼ਰੂਰ ਕਰਾਂਗੇ, ਪਰ ਉਸ ਤੋਂ ਪਹਿਲਾਂ ਜਾਣਨਾ ਚਾਹਾਂਗੇ, ਤੁਸੀਂ ਆਪ ਵੀ ਫਿਲਮ ਪ੍ਰੋਡਿਊਸ ਕੀਤੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਫਿਲਮ ਸੀਗੀ ਹਰਜੀਤਾ, ਤੇ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਡੈਫੀਨੇਟਲੀ ਅਸੀਂ ਫਿਲਮ ਦੇਖਦੇ ਹਾਂ 2-2.5 ਘੰਟੇ ਦੀ ਸਕਰੀਨ ਤੇ, ਬਟ ਅਗੇਨ ਉਸ ਪੂਰੀ ਫਿਲਮ ਨੂੰ ਬਣਾਉਣ ਲਈ ਸਾਲ, 2 ਸਾਲ, 2.5 ਸਾਲ ਦਾ ਸਮਾਂ ਲੱਗ ਜਾਂਦਾ ਹੈ, ਪਰ ਉਹ ਜਿਹੜਾ ਟਾਈਮ ਲੱਗਦਾ ਹੈ ਉਸ ਵਿੱਚ ਡੈਫੀਨੇਟਲੀ ਕਈ ਨਾ ਕਈ ਵੱਡੇ ਚੈਲੰਜਸ ਫੇਸ ਕਰਦੇ ਹੋਣਗੇ ਲੋਕੀ। So we would like to know what are some of the hidden truths, the real reality of the film industry? Well, real reality ਤਾਂ ਵਿੱਚ ਜਾਇਆ ਹੀ ਐਕਸਪੀਰੀਅੰਸ ਕੀਤੀ ਜਾ ਸਕਦੀ ਆ, ਪਰ ਫਿਰ ਵੀ ਜੋ ਪਹਿਲਾਂ ਜਿੰਨਾ ਕੁ ਸਮਝਿਆ ਜਾ ਸਕਦਾ ਔਰ ਜਿਹਨੂੰ ਮਤਲਬ ਇੰਸਟੈਂਟ ਰਿਐਲਿਟੀ ਬੇਸਿਕਲੀ ਇਟਸ ਅ ਸਬਜੈਕਟਿਵ ਕੁਐਸਚਨ। ਹਰ ਫਿਲਮ, ਹਰ ਸੈੱਟ, ਹਰ ਪ੍ਰੋਜੈਕਟ ਦੀ ਆਪਣੀ ਇੱਕ ਰਿਐਲਿਟੀ ਹੁੰਦੀ ਆ। ਇੱਕ ਜਿਹੜੀ ਜਨਰਲ ਗੱਲ ਜ਼ਰੂਰ ਆਪਾਂ ਪਹਿਲਾਂ ਕਹਿ ਸਕਦੇ ਹਾਂ ਕਿ ਜਿਹਨੂੰ ਤੇ ਪਤਾ ਕਿੱਦਾਂ ਕਰਨਾ, ਕੀ ਹੁੰਦਾ, ਜਿਹਦੇ ਕੋਲ ਕੁਝ ਜਾਣਕਾਰੀ ਹੈ, ਮਤਲਬ ਵਨ ਡਜ਼ਨਟ ਹੈਵ ਟੂ ਬੀ ਐਕਸਪਰਟ ਆਫ ਐਵਰੀਥਿੰਗ, ਪਰ ਸ਼ੁੱਡ ਬੀ ਅਵੇਅਰ ਵੀ ਜਿਹੜਾ ਵੀ ਅਸੀਂ ਕੰਮ ਕਰਨ ਲੱਗੇ ਹਾਂ, ਕਿਸੇ ਕੋਲੋਂ ਕਰਵਾਉਣ ਲੱਗੇ ਹਾਂ, ਉਹ ਸਾਨੂੰ ਪਤਾ ਤਾਂ ਹੋਵੇ ਅਸੀਂ ਚਾਹੁੰਦੇ ਕੀ ਹਾਂ, ਅਸੀਂ ਉਹਨੂੰ ਦੱਸਣ ਜੋਗੇ, ਕਮਿਊਨੀਕੇਟ ਕਰਨ ਜੋਗੇ ਤਾਂ ਹੋਈਏ ਵੀ ਅਸੀਂ ਆਹ ਚਾਹੁੰਦੇ ਹਾਂ, ਤੁਸੀਂ ਇਹ ਕਰੋ। ਜਾਂ ਜੇ ਅਗਲਾ ਤੁਹਾਨੂੰ ਕਹਿੰਦਾ ਵੀ ਅਸੀਂ ਇਹ ਕਰਾਂਗੇ ਤਾਂ ਯੂ ਸ਼ੁੱਡ ਨੋ ਕਿ ਵਾਕਈ ਐਗਜ਼ੈਕਟਲੀ ਉਹ ਕਰ ਰਿਹਾ ਕਿ ਨਹੀਂ ਕਰ ਰਿਹਾ, ਜਾਂ ਜਿੱਦਾਂ ਕਰਨਾ ਚਾਹੀਦਾ ਕਰ ਰਿਹਾ ਕਿ ਨਹੀਂ ਕਰ ਰਿਹਾ। ਇਹ ਜਾਣਕਾਰੀ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਦੇ ਵਾਸਤੇ ਤਾਂ ਹਰ ਚੀਜ਼ ਜਿਹੜੀ ਹੈ ਨਾ ਉਹ ਲੋਟਰੀ ਪੁੱਟਣਾ ਨੇ, ਉਹ ਹਰ ਸਟੈਪ ਦੇ ਉੱਤੇ ਲੋਟਰੀ ਹੀ ਪੁੱਟਦੇ ਨੇ ਤੇ ਹਮੇਸ਼ਾ ਲੋਟਰੀਆਂ ਨਿਕਲਦੀਆਂ ਨਹੀਂ ਹੁੰਦੀਆਂ। ਸੋ ਦੇ ਟਰਨ ਇਟ ਇਨਟੂ ਅ ਵੈਰੀ ਕੇਓਟਿਕ ਜੀ ਸਿਚੁਏਸ਼ਨ ਆਪਣੇ ਵਾਸਤੇ। ਇੱਕ ਫਿਲਮ ਬਣਾਉਣ ਤੋਂ ਬਾਅਦ ਤੁਸੀਂ ਦੇਖੋਗੇ ਮੋਸਟ ਪ੍ਰੋਡਿਊਸਰਸ ਦੁਬਾਰਾ ਤੁਹਾਨੂੰ ਨਜ਼ਰ ਨਹੀਂ ਆਉਂਦੇ, ਐਂਡ ਦੈਟ ਇਜ਼ ਦਾ ਅਨਫੋਰਚੂਨੇਟ ਸਾਈਡ, ਜਿਹਦੇ 'ਤੇ ਮੈਂ ਜ਼ਰੂਰ ਆਪਣੀ ਕੰਟਰੀਬਿਊਸ਼ਨ ਕਰਨੀ ਚਾਹੁੰਦਾ ਕਿ ਕਿਉਂਕਿ ਮੈਂ ਆਈ ਐਮ ਅ ਰਿਸਰਚ ਐਨਲਿਸਟ ਮੋਰ ਆਫ ਅ ਫਿਲਮ ਮੇਕਰ ਤੋਂ ਪਹਿਲਾਂ ਮੈਂ ਬਾਕਾਇਦਾ ਪਹਿਲਾਂ ਫਿਲਮ ਇੰਡਸਟਰੀ ਉੱਥੇ US ਦੇ ਵਿੱਚ 2 ਸਾਲ ਐਸੋਸੀਏਟਸ ਡਿਗਰੀ ਕੀਤੀ ਟੂ ਲਰਨ ਕਿ ਹਾਲੀਵੁੱਡ ਕਿੱਦਾਂ ਫਿਲਮਾਂ ਬਣਾਉਂਦਾ। ਐਂਡ ਆਈ ਸਟਾਰਟਡ ਵੈਰੀ ਲੇਟ ਇਨ ਮਾਈ ਏਜ। ਮੈਂ 40 ਸਾਲ ਦੀ ਉਮਰ 'ਚ ਫਿਲਮਾਂ ਵਾਲੇ ਪਾਸੇ ਆਇਆ। ਉਸ ਤੋਂ ਪਹਿਲਾਂ ਮੇਰਾ ਆਪਣਾ ਇੱਕ ਕਰੀਅਰ ਸੀਗਾ, ਬਿਜ਼ਨਸ ਸੀਗਾ, ਸਾਰਾ ਪਰਿਵਾਰ ਹਰ ਪਾਸੇ ਉੱਧਰ ਫੋਕਸ ਸੀਗਾ। ਐਂਡ ਆਈ ਵਾਂਟਡ ਟੂ ਡੂ ਇਟ ਵਿਦ ਐਟ ਲੀਸਟ ਅ ਰੀਜ਼ਨੇਬਲ ਮੈਚੋਰਿਟੀ, ਬਟ ਐਟ ਦ ਸੇਮ ਟਾਈਮ ਤੁਸੀਂ ਪਹਿਲਾਂ ਜਾਣਨਾ ਚਾਹੁੰਦੇ ਹੋ।
ਸੋ ਤੁਸੀਂ ਥਿਊਰੀ ਸਿੱਖਦੇ ਹੋ। ਫਿਰ ਦੈਨ ਆਈ ਵੈਂਟ ਟੂ ਪੰਜਾਬ ਐਂਡ ਫਿਰ ਮੈਂ ਆਈ ਗਾਟ ਇਨਵੋਲਵ ਇਨ ਟੂ ਇੰਡਸਟਰੀ। 2-3 ਫਿਲਮਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਡਿਫਰੈਂਟ ਲੈਵਲ ਦੇ ਉੱਤੇ। ਐਂਡ ਆਈ ਓਨਲੀ ਲਰਨਡ ਕਿ ਜਿਹੜਾ ਹਿਡਨ ਟਰੂਥ ਆ ਉਹ ਇਹ ਆ ਵੀ 90% ਆਫ ਦੇ ਜਿਹੜੇ ਸਾਡੇ ਕੰਮ ਕਰਦੇ ਨੇ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਪੂਰੀ ਗੱਲ ਡੈਫੀਨੇਟਲੀ ਨਹੀਂ ਪਤਾ ਹੁੰਦੀ। 5-10% ਹੈਗੇ ਨੇ ਜਿਨ੍ਹਾਂ ਨੇ ਫਿਲਮਾਂ ਬਣਾ ਲਈਆਂ ਨੇ ਜਾਂ ਜਿਹੜੇ ਸਕਸੈਸਫੁਲ ਹੋ ਗਏ ਨੇ ਜਾਂ ਜਿਹੜੇ ਸਿੱਖ ਕੇ ਆਏ ਹੁੰਦੇ ਨੇ। ਅਨਫੋਰਚੂਨੇਟਲੀ ਜਾਂ ਤਾਂ ਉਹਨਾਂ ਕੋਲ ਟਾਈਮ ਹੈ ਨਹੀਂ ਅਤੇ ਜਾਂ ਉਹਨਾਂ ਦੀ ਵਿਲਿੰਗਨੈਸ ਨਹੀਂ ਹੈਗੀ ਦੱਸਣ ਦੀ। ਸੋ 90% ਲੋਕ ਜਿਹੜੇ ਨੇ ਉਹ ਬਗੈਰ ਜਾਣੇ ਤੋਂ ਹੀ ਵਿੱਚ ਤੁਰੇ ਫਿਰਦੇ ਪਏ ਨੇ, ਜਿਹੜੇ ਕਿ ਅਨਨੈਸੈਸਰੀ ਬਸ ਕੇਓਸ ਕ੍ਰੀਏਟ ਕਰਦੇ ਨੇ ਆਪਣੇ ਲਈ ਵੀ ਦੂਜਿਆਂ ਲਈ ਵੀ। ਐਂਡ ਮੇਰਾ ਆਪਣਾ ਇਹ ਰਿਹਾ ਕਿ ਮੈਂ ਜੋ ਜਾਣਨਾ ਚਾਹੁੰਦਾ ਸੀ ਮੈਂ ਵੀ ਪਹਿਲਾਂ ਜਾ ਕੇ ਬੜਿਆਂ ਨੂੰ ਮਿਲ ਕੇ ਕੁਝ ਗੱਲਾਂ ਪੁੱਛਣ ਦੀ ਕੋਸ਼ਿਸ਼ ਕੀਤੀ ਅਤੇ ਆਈ ਡਿਡਨਟ ਗੈਟ ਰੀਅਲੀ ਜਿੰਨਾ ਕਿ ਮੈਨੂੰ ਉਮੀਦ ਸੀ ਜਾਂ ਮੈਂ ਚਾਹੁੰਦਾ ਸੀ ਮੈਨੂੰ ਜਵਾਬ ਮਿਲਣ। ਸੋ ਮੈਨੂੰ ਐਂ ਲੱਗਾ ਵੀ ਜੋ ਮੈਨੂੰ ਚੀਜ਼ਾਂ ਪ੍ਰੋਬਲਮਸ ਆਈਆਂ ਉਹ ਮੈਂ ਐਟਲੀਸਟ ਕਿਸੇ ਨੂੰ ਨਾ ਆਉਣ ਦੇਵਾਂ। ਮਤਲਬ ਆਈ ਕੈਨ ਨਾਟ ਰੀਚ ਆਊਟ ਟੂ ਪੀਪਲ, ਪਰ ਜੇ ਕੋਈ ਮੇਰੇ ਨੂੰ ਰੀਚ ਕਰਦਾ ਆ ਅਤੇ ਮੈਂ ਆਈ ਵਰਕ ਲਾਈਕ ਓਪਨ ਬੁੱਕ ਕਿ ਮੈਂ ਇਹ ਹੁੰਦਾ ਇੱਦਾਂ ਹੁੰਦਾ, ਇਹ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਤੁਹਾਨੂੰ ਕੱਲ੍ਹ ਨੂੰ ਪਤਾ ਲੱਗਣਾ, ਅਤੇ ਜੇ ਤੁਸੀਂ ਵਰਤ ਸਕੋ ਤਾਂ ਤੁਹਾਡੇ ਲਈ ਚੰਗਾ ਆ। ਬਹੁਤ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ। ਅਸੀਂ ਇਸ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਲਹਾਲ ਹੈਡਲਾਈਨ ਕੈਨੇਡਾ ਵਿੱਚ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਹਰਪਾਲ ਸਿੰਘ ਜੀ ਦੇ ਨਾਲ। ਹਰਪਾਲ ਜੀ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਤੁਸੀਂ ਥੋੜ੍ਹੇ ਟਾਈਮ ਪਹਿਲਾਂ ਹੀ ਫਿਲਮ ਇੰਡਸਟਰੀ ਦੇ ਵਿੱਚ ਜਿਸ ਤਰ੍ਹਾਂ ਕਦਮ ਰੱਖਿਆ, ਪਰ ਕਿਸ ਤਰ੍ਹਾਂ ਤੁਹਾਨੂੰ ਇੰਸਪੀਰੇਸ਼ਨ ਮਿਲੀ? ਮੇਰਾ ਸ਼ੌਕ ਤਾਂ ਸ਼ੁਰੂ ਤੋਂ ਸੀ। ਮੈਂ ਸਕੂਲ ਕਾਲਜ ਦੇ ਵਿੱਚ ਹੀ ਥੀਏਟਰ ਆਰਟਿਸਟ ਸੀਗਾ ਔਰ ਬਹੁਤ ਥੀਏਟਰ ਕੀਤਾ। ਔਰ ਯੰਗ ਏਜ 'ਚ ਹੀ ਮੈਨੂੰ ਕਾਲਜ ਹੀ ਹੁੰਦਾ ਸੀਗਾ ਉਦੋਂ ਹੀ ਇੱਕ ਫਿਲਮ ਬਣੀ ਸੀਗੀ ਦੁੱਲਾ ਭੱਟੀ, ਪੁਰਾਣੀ ਵਰਿੰਦਰ ਜੀ ਜਿਹੜੇ ਸੀਗੇ ਲੈਜੈਂਡ ਫਿਲਮ ਮੇਕਰ ਪੰਜਾਬੀ ਇੰਡਸਟਰੀ ਦੇ, ਉਹਨਾਂ ਦੇ ਬੇਟੇ ਨੂੰ ਲੈ ਕੇ ਉਹਨਾਂ ਦੀ ਵਾਈਫ ਨੇ ਪ੍ਰੋਡਿਊਸ ਕੀਤੀ ਸੀ। ਉਹਦੇ 'ਚ ਮੈਨੂੰ ਐਜ਼ ਐਨ ਐਕਟਰ ਕੰਮ ਕਰਨ ਦਾ ਉਹਨਾਂ ਨੇ ਮੌਕਾ ਦਿੱਤਾ। ਅਤੇ ਜਿੱਦਾਂ ਆਪਣਾ ਪੰਜਾਬੀਆਂ ਦਾ ਹੁੰਦਾ ਹੀ ਆ ਵੀ ਆਪਾਂ ਗੱਲਾਂ ਗੁੱਲਾਂ ਕਰਕੇ ਕੋ ਭੂਆ ਮਾਮੀ ਚਾਚੀ ਰਿਸ਼ਤੇਦਾਰੀ ਕੱਢ ਹੀ ਲੈਣੀ ਹੁੰਦੀ। ਸੋ ਸਾਡੀ ਉਹ ਆਂਟੀ ਜੀ ਬਣ ਗਏ। ਸੋ ਆਈ ਵਾਜ਼ ਵੈਰੀ ਕਲੋਜ਼ ਟੂ ਹਰ ਐਂਡ ਆਮ ਫਿਲਮਾਂ 'ਚ ਅਸਿਸਟੈਂਟ ਡਾਇਰੈਕਟਰ ਹੁੰਦੇ ਨੇ, ਮੈਂ ਉਸ ਫਿਲਮ ਦਾ ਅਸਿਸਟੈਂਟ ਪ੍ਰੋਡਿਊਸਰ ਸੀ। ਮੈਨੂੰ ਪੂਰੀ ਫਿਲਮ ਪ੍ਰੋਡਿਊਸ ਕਰਨ ਦੇ ਸਾਰੇ ਐਕਸਪੀਰੀਅੰਸਿਸ ਉਸ ਫਿਲਮ 'ਚੋਂ ਮਿਲੇ। ਮੈਨੂੰ ਉਦੋਂ ਹੀ ਮੈਂ ਕਿਹਾ 20-22 ਸਾਲ ਦਾ ਹੋਊਗਾ, ਉਦੋਂ ਬੰਬੇ ਜਾਣ ਦਾ ਮੌਕਾ ਮਿਲਿਆ। ਪੂਰੀ ਫਿਲਮ ਦੀ ਪੋਸਟ ਪ੍ਰੋਡਕਸ਼ਨ ਮੈਂ ਕਰਵਾਈ ਅਤੇ ਮੈਨੂੰ ਜਿੱਦਾਂ ਪਤਾ ਲੱਗ ਗਿਆ ਕਿ ਫਿਲਮਾਂ ਬਣਦੀਆਂ ਕਿੱਦਾਂ। ਪਰ ਆਈ ਨੈਵਰ ਹੈਡ ਕਰੇਜ, ਕਿਉਂਕਿ ਮੈਂ ਨਾਲ ਹੀ ਬੰਬੇ 'ਚ ਸਟਰਗਲ ਦੇਖੀ ਕਿ ਕਿੰਨੀ ਸਟਰਗਲ ਕਰਦੇ ਨੇ ਲੋਕ ਜਿਹੜੇ ਸੋਹਣੇ ਹੱਸਦੇ ਖੇਡਦੇ ਚਿਹਰੇ ਸਕਰੀਨਾਂ 'ਤੇ ਨਜ਼ਰ ਆਉਂਦੇ ਨੇ। ਉਹਨਾਂ ਦੀ ਪਰਸਨਲ ਲਾਈਫ ਦਾ ਕਿੰਨਾ ਕੁ ਵਿਚਾਰਿਆਂ ਦਾ ਔਖਾ ਟਾਈਮ ਕੱਢ ਕੇ ਉਹ ਮੈਨੇਜ ਕਰਦੇ ਨੇ। ਐਂਡ ਆਈ ਜਸਟ ਨੈਵਰ ਹੈਡ ਕਰੇਜ। ਮੈਂ ਕਿਹਾ ਮੈਂ ਤਾਂ ਇਹ ਐਡਾ ਵੱਡਾ ਰਿਸਕ ਨਹੀਂ ਲੈ ਸਕਦਾ। ਸੋ ਆਈ ਕੰਟੀਨਿਊਡ ਵਿਦ ਮਾਈ ਸਟੱਡੀਜ਼। ਫਿਰ ਮੈਨੂੰ ਅਮਰੀਕਾ ਜਾਣ ਦਾ ਮੌਕਾ ਮਿਲ ਗਿਆ। ਮੈਂ ਉੱਥੇ ਰਿਹਾ, ਉੱਥੇ ਵੀ ਪੜ੍ਹਿਆ। ਉੱਥੇ ਮੈਂ ਆਪਣਾ ਘਰ-ਬਾਰ, ਬਿਜ਼ਨਸ, ਹਰ ਚੀਜ਼ ਮੈਂ ਪਹਿਲਾਂ ਉੱਧਰ ਲੱਗਾ ਰਿਹਾ। ਫਿਰ ਮੈਨੂੰ 40 ਸਾਲ ਦੀ ਉਮਰ 'ਚ ਆ ਕੇ ਜਦੋਂ ਲੱਗਾ ਕਿ ਹੁਣ ਮੇਰਾ ਸਾਰਾ ਕੁਝ ਠੀਕ ਹੈ, ਹੁਣ ਮੈਂ ਆਪਣਾ ਸ਼ੌਕ ਪੂਰਾ ਕਰਨਾ, ਦੈਨ ਮੈਂ ਉੱਥੇ ਅਮਰੀਕਾ 'ਚ ਹੀ ਫਿਲਮ ਸਕੂਲ ਜੁਆਇਨ ਕੀਤਾ। ਮੈਂ ਉੱਥੋਂ ਐਸੋਸੀਏਟਸ ਡਿਗਰੀ ਕੀਤੀ। ਫਿਰ ਮੈਂ ਪੰਜਾਬ ਗਿਆ। ਸੋ ਜਾਗ ਤਾਂ ਪਹਿਲਾਂ ਦੀ ਲੱਗੀ ਹੋਈ ਸੀ, ਅਤੇ ਪਰ ਉਹਨੂੰ ਇੱਕ ਮੈਂ ਪ੍ਰੋਪਰ ਤਰੀਕੇ ਨਾਲ ਤਿਆਰ ਹੋ ਕੇ ਅਤੇ ਪੂਰਾ ਸਿਕਿਉਰ ਤਰੀਕੇ ਨਾਲ ਕਰਨਾ ਚਾਹੁੰਦਾ ਸੀਗਾ ਤਾਂ ਕਿ ਮੈਂ ਆਪਣੀ ਮਰਜ਼ੀ ਨਾਲ ਕੰਮ ਕਰ ਸਕਾਂ। ਮਤਲਬ ਆਈ ਡੋਂਟ ਵਾਂਟ ਟੂ ਗੈਟ ਇਨਵੋਲਵ ਇਨ ਟੂ ਐਨੀ ਪ੍ਰੋਜੈਕਟ ਵੀ ਮੈਨੂੰ ਕਿਸੇ ਤਰੀਕੇ ਕੰਮ ਮਿਲ ਜੇ। ਅਤੇ ਮੈਂ ਆਈ ਐਮ ਵਨ ਆਫ ਦਾ ਵੈਰੀ ਲੱਕੀ ਕਹਿ ਸਕਦੇ ਹੋ ਜਿਹਦੇ ਕੋਲ ਰੱਬ ਨੇ ਬਹੁਤ ਮੌਕੇ ਦਿੱਤੇ, ਜਿਨ੍ਹਾਂ 'ਚੋਂ ਮੈਂ ਚੂਜ਼ ਕਰਕੇ ਹੀ ਕੰਮ ਕੀਤਾ ਅਤੇ ਗਾਂਹ ਵੀ ਕਰਨਾ ਚਾਹੂੰਗਾ। ਅਤੇ ਮੈਂ ਨਾ ਕਰਨ ਦਾ ਮੇਰੇ ਕੋਲ ਸ਼ੁਕਰ ਹੈ ਕਿ ਮੇਰੇ ਕੋਲ ਕਪੈਸਿਟੀ ਹੈਗੀ ਕਿ ਮੈਂ ਹਾਲੀ ਵੀ ਨਹੀਂ ਕਰਦੇ ਹਾਂ, ਆਰਾਮ ਨਾਲ ਕਰਦੇ ਹਾਂ, ਕਿਉਂਕਿ ਆਈ ਵਾਂਟ ਟੂ ਡੂ ਥਿੰਗਸ ਇਨ ਸੋਹਣੇ ਪ੍ਰੋਪਰ ਵੇ ਨਾਲ ਕਿਸੇ ਵੀ ਪ੍ਰੋਜੈਕਟ 'ਚ ਇਨਵੋਲਵ ਹੋਣਾ। ਕਿਉਂਕਿ ਤੁਸੀਂ ਫਿਲਮ ਕਿਸੇ 'ਚ ਇਨਵੋਲਵ ਹੁੰਦੇ ਹੋ, ਤੁਹਾਡੇ 6-8 ਮਹੀਨੇ ਤੱਕ ਟੂ ਦਾ ਮਿਨੀਮਮ ਤੁਹਾਡੇ ਗਰਾਊਂਡ ਦੇ ਵਿੱਚ ਇਨਵੋਲਵ ਹੋ ਗਏ ਨਾ, ਲੱਗ ਗਏ, ਅਤੇ ਸਾਲ ਵੀ ਲੱਗ ਜਾਂਦਾ ਕਈ ਵਾਰੀ। ਐਂਡ ਯੂ ਡੋਂਟ ਵਾਂਟ ਟੂ ਬੀ ਪਾਰਟ ਆਫ ਸਮਥਿੰਗ ਜਿਹਦੇ 'ਚ ਤੁਸੀਂ ਰੋਜ਼ ਹੀ ਔਖੇ ਜਿਹੇ ਹੋਈ ਜਾਓ। ਅਤੇ ਸੋ ਦੈਟਸ ਮਾਈ ਵੇ ਆਫ ਗੈਟਿੰਗ ਇਨਟੂ ਦਿਸ। ਜੀ, ਫਿਲਮ ਪ੍ਰੋਡਕਸ਼ਨ ਦੀ ਗੱਲ ਅਸੀਂ ਕਰ ਰਹੇ ਹਾਂ ਅਤੇ ਬਜਟ ਇੱਕ ਮੈਨੂੰ ਲੱਗਦਾ ਮੇਨ ਐਲੀਮੈਂਟ ਹੈਗਾ ਹੈ ਕਿ ਫਿਲਮ ਜਦੋਂ ਬਣਦੀਆਂ ਨੇ ਫਿਲਮਾਂ ਜਦੋਂ, ਅਤੇ ਬਜਟ ਕਿੰਨਾ ਅਹਿਮ ਰੋਲ ਪਲੇ ਕਰਦਾ ਹੈ, ਕਿੰਨਾ ਜ਼ਰੂਰੀ ਹੈਗਾ ਇੱਕ ਪ੍ਰੋਡਿਊਸਰ ਲਈ, ਇੱਕ ਡਾਇਰੈਕਟਰ ਲਈ ਬਜਟ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲਣਾ? ਇਹ ਬਹੁਤ ਕ੍ਰਿਟੀਕਲ ਕੁਐਸਚਨ ਹੈ ਜਿਹੜਾ ਤੁਸੀਂ ਪੁੱਛਿਆ, ਬਹੁਤ ਜ਼ਿਆਦਾ ਜ਼ਰੂਰੀ, ਜਿਹਦੇ ਉੱਤੇ ਸਭ ਨੂੰ ਪਹਿਲਾਂ ਸੋਚਣਾ ਸਮਝਣਾ ਚਾਹੀਦਾ। ਆਮ ਜੀ ਇੱਕ ਧਾਰਨਾ ਹੁੰਦੀ, ਹਰ ਕੋਈ ਗੱਲ ਕਰਦਾ ਕਿੰਨੇ ਕੁ ਪੈਸੇ 'ਚ ਫਿਲਮ ਬਣ ਜਾਂਦੀ ਆ। ਅਗਲਾ ਜਦੋਂ ਇੱਕ ਨੰਬਰ ਦੱਸੇਗਾ ਫਿਰ ਉਹ ਕਹੇਗਾ ਲੈ ਅਸੀਂ ਸੁਣਿਆ 'ਚ ਇੰਨੇ 'ਚ ਵੀ ਬਣ ਜਾਂਦੀ ਆ, ਉਹਨੇ 'ਚ ਵੀ ਬਣ ਜਾਂਦੀ।
ਇਟਸ ਨੈਵਰ ਅ ਕੇਸ ਆਪਾਂ ਇਹਨੂੰ ਦੂਜੇ ਕੰਟੈਂਪਰੇਰੀ ਤਰੀਕੇ ਨਾਲ ਐਨਾਲਾਈਜ਼ ਕਰੀਏ ਕਿ ਅਸੀਂ ਕਹੀਏ ਜੀ ਇੱਕ ਮਕਾਨ ਕਿੰਨੇ 'ਚ ਬਣ ਜਾਂਦਾ, ਹੁਣ ਇਹਦਾ ਕੋਈ ਜਵਾਬ ਨਹੀਂ ਹੈ। ਡਿਪੈਂਡ ਤੁਸੀਂ ਮਕਾਨ ਕਿੱਦਾਂ ਦਾ ਬਣਾਉਣਾ, ਤੁਸੀਂ 2 ਕਮਰਿਆਂ ਵਾਲਾ ਬਣਾਉਣਾ ਕਿ 40 ਕਮਰਿਆਂ ਵਾਲਾ ਬਣਾਉਣਾ, ਹੈ ਨਾ, ਉਹਦੇ 'ਤੇ ਡਿਪੈਂਡ ਕਰਦਾ। ਸੋ ਕੋਈ ਨੰਬਰ ਨਹੀਂ ਹੁੰਦਾ। ਨੰਬਰ 2 ਗੱਲ ਹੈ, ਜੇ ਤੁਹਾਨੂੰ ਪਤਾ ਵੀ ਮੈਂ ਇੰਨੇ ਕਮਰਿਆਂ ਵਾਲਾ ਬਣਾਉਣਾ, ਦੈਨ ਰੀਅਲ ਥਿੰਗ ਕਮਸ। ਜਿੱਦਾਂ ਕਿ ਫਿਲਮ ਦੇ ਵਿੱਚ ਅਸੀਂ ਡਿਸਾਈਡ ਕਰ ਲਿਆ ਕਿ ਆਹ ਮੇਰੀ ਕਹਾਣੀ ਆ, ਅਤੇ ਕਹਾਣੀ ਹੈਗੀ ਆ, ਅਤੇ ਉਹਦੇ ਨਾਲ ਇੱਕ ਅੰਦਾਜ਼ਾ ਜਿਹਾ ਲੱਗ ਸਕਦਾ ਵੀ ਕਿਸ ਰੇਂਜ ਦੀ ਟੈਕਸਚਰ ਹੈ ਇਹਦਾ ਹੈਗਾ। ਪਰ ਰੀਅਲ ਥਿੰਗ ਕਮਸ ਕਿ ਉਹਦੀ ਪੂਰੀ ਸਕ੍ਰਿਪਟਿੰਗ ਹੋਈ ਹੋਵੇ। ਜਦੋਂ ਪੂਰੀ ਸਕ੍ਰਿਪਟ ਹੋਈ ਹੁੰਦੀ ਹੈ, ਫਿਰ ਸਕ੍ਰਿਪਟ ਦੱਸ ਸਕਦੀ ਆ ਵੀ ਇਹਦੇ 'ਚ ਕਿੰਨੀਆਂ ਲੋਕੇਸ਼ਨਸ ਚਾਹੀਦੀਆਂ ਨੇ, ਹੈ ਨਾ, ਕਿੱਦਾਂ ਦੀਆਂ ਪ੍ਰੋਪਰਟੀਜ਼ ਚਾਹੀਦੀਆਂ ਨੇ, ਕਿੱਦਾਂ ਦੇ ਆਰਟਿਸਟ ਚਾਹੀਦੇ ਨੇ, ਕਿੱਦਾਂ ਦਾ ਇਕੁਇਪਮੈਂਟ ਚਾਹੀਦਾ ਹੋਊਗਾ। ਉਹਦਾ ਜਿਹੜਾ ਤੁਸੀਂ ਕੈਲਕੂਲੇਟ ਕਰੋਗੇ, ਦੈਨ ਯੂ ਰੀਅਲੀ ਨੰਬਰ ਕਿਸੇ 'ਤੇ ਆਉਂਦੇ ਹੋ ਕਿ ਇਹਦੀ ਐਕਚੁਅਲ ਕਾਸਟ ਇੰਨੀ ਹੋਣੀ ਆ। ਅਨਫੋਰਚੂਨੇਟਲੀ ਮੋਸਟ ਫਿਲਮਾਂ ਦੇ ਵਿੱਚ ਇੰਨੀ ਡਿਟੇਲ ਵਰਕ ਪਹਿਲਾਂ ਕੀਤਾ ਨਹੀਂ ਜਾਂਦਾ। ਦੇਖਾ ਦੇਖੀ ਸੁਣਾਈ ਉਹ ਇੰਨੇ 'ਚ ਬਣ ਗਈ ਸੀ, ਆਪਾਂ ਵੀ ਇੰਨੇ 'ਚ ਕਰ ਲਾਂਗੇ। ਉਹ ਇੱਦਾਂ ਦੇ ਤਰੀਕੇ ਨਾਲ ਫਿਲਮਾਂ ਸ਼ੁਰੂ ਕੀਤੀਆਂ ਜਾਂਦੀਆਂ। ਤੁਸੀਂ ਕਾਮਨ ਵਰਡ ਸੁਣੋਗੇ ਹਰ ਫਿਲਮ ਦੇ ਬਾਰੇ ਲਗਭਗ ਕਿ ਓਵਰ ਹੋ ਗਿਆ ਬਜਟ, ਓਵਰ ਚਲੀ ਗਈ ਫਿਲਮ। 2 ਕਾਰਨ ਹੁੰਦੇ ਨੇ। ਪਹਿਲਾ ਸਭ ਤੋਂ ਵੱਡਾ ਕਾਰਨ ਹੁੰਦਾ ਕਿ ਉਹ ਫਿਲਮ ਦਾ ਬਜਟ ਕਦੀ ਕਿਸੇ ਨੇ ਪਹਿਲਾਂ ਪ੍ਰੋਪਰ ਤਰੀਕੇ ਨਾਲ ਬਣਾਇਆ ਹੀ ਨਹੀਂ ਸੀ। ਅੰਦਾਜ਼ੇ ਨਾਲ ਮੰਨ ਕੇ ਇੱਕ ਨੰਬਰ ਚੱਲੇ ਸੀਗੇ। ਜਿਹੜੀਆਂ ਚੀਜ਼ਾਂ ਹੋਣੀਆਂ ਹੁੰਦੀਆਂ ਪ੍ਰੈਕਟੀਕਲੀ ਉਹ ਵੀ ਨਹੀਂ ਸੀ ਕਿਸੇ ਨੇ ਸੋਚੀਆਂ, ਤਾਂ ਉਹ ਜਦੋਂ ਹੋਈਆਂ ਰਿਐਲਿਟੀ 'ਚ ਹੁਣ ਕਹਿੰਦੇ ਜੀ ਓਵਰ ਹੋ ਗਿਆ। ਉਹ ਤੁਸੀਂ ਪਹਿਲਾਂ ਸੋਚ ਲੈਂਦੇ, ਤੁਹਾਨੂੰ ਪਤਾ ਹੁੰਦਾ ਕੀ ਹੁੰਦਾ, ਕਦੀ ਓਵਰ ਨਹੀਂ ਹੋ ਸਕਦਾ। ਨੰਬਰ 1। ਨੰਬਰ 2, ਕਿਉਂਕਿ ਪ੍ਰੋਪਰ ਪਲੈਨਿੰਗ ਨਹੀਂ ਕੀਤੀ ਜਾਂਦੀ, ਡਿਟੇਲ ਵਰਕ, ਹੋਮਵਰਕ ਨਹੀਂ ਕੀਤਾ ਜਾਂਦਾ, ਇਸ ਕਰਕੇ ਵੀ ਜਿਹੜਾ ਪਤਾ ਵੀ ਹੁੰਦਾ ਆ ਉਹ ਵੀ ਤੁਹਾਨੂੰ ਵੱਧ ਕਾਸਟ ਕਰਦਾ। ਕਿਉਂਕਿ ਜਦੋਂ ਖੜੇ ਪੈਰ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਨੀ ਆ ਵਰਸਸ ਪਹਿਲਾਂ ਤੋਂ ਪਲੈਨਿੰਗ ਕਰਕੇ ਕਰਨੀ ਆ, ਉਹਦਾ ਹਮੇਸ਼ਾ ਹੀ ਕਾਸਟ ਬਜਟ ਦੇ ਉੱਤੇ ਫਰਕ ਪੈਂਦਾ। ਐਂਡ ਉਹਦਾ ਕਾਰਨ ਮੋਟਾ ਜਿਹਾ ਮੈਨੂੰ ਇਹ ਲੱਗਦਾ ਕਿਉਂਕਿ ਫਿਲਮ ਮੇਕਿੰਗ ਜਿਹੜੀ ਆ ਉਹਦੀ ਇੱਕ ਪਰਸੈਪਸ਼ਨ ਆ ਕਿ ਸੋਹਣੇ ਕੱਪੜੇ ਪਾਏ ਅਤੇ ਸਟਾਰਸ ਨਾਲ ਫੋਟੋਆਂ ਖਿੱਚ ਰਹੇ ਅਤੇ ਇਹ ਉਹ, ਹੈ ਨਾ, ਪਾਰਟੀਆਂ ਚੱਲ ਰਹੀਆਂ ਅਤੇ ਉਹ ਫਲੈਸ਼ੀ ਲਾਈਟਸ। ਰਿਐਲਿਟੀ ਇਜ਼ ਇਟਸ ਅਨਦਰ ਇੰਡਸਟਰੀ। ਇਹ ਇੱਕ ਕੋਈ ਫੈਕਟਰੀ ਹੈ, ਉਹਦੇ ਵਿੱਚ ਜਿੱਦਾਂ ਕੰਮ ਕਰੀਦਾ, ਇਹ ਲੇਬਰ ਜੌਬ ਆ। ਸਾਨੂੰ ਸਾਰਿਆਂ ਨੂੰ ਲੇਬਰ ਕਰਨੀ ਪੈਂਦੀ ਆ। ਰੀਅਲ ਵਰਕ ਜੋ ਹੱਡ ਭੰਨਵੀਂ ਮਿਹਨਤ, ਦਿਨ ਰਾਤ ਦਾ ਜਾਗਣਾ, ਉਹੋ ਜਿਹੀਆਂ ਚੀਜ਼ਾਂ, ਇਹ ਦੈਟ ਇਜ਼ ਰਿਐਲਿਟੀ ਆਫ ਫਿਲਮ ਮੇਕਿੰਗ। ਅਤੇ ਉਹਦੇ 'ਚ ਉੱਦਾਂ ਹੀ ਸਾਰੇ ਕੰਮ ਹੁੰਦੇ ਨੇ ਜਿੱਦਾਂ ਕਿਸੇ ਫੈਕਟਰੀ 'ਚ ਹੁੰਦੇ ਨੇ। ਆਪਾਂ ਇਹਦੀ ਉਹ ਰਿਐਲਿਟੀ ਨੂੰ ਸਮਝ ਕੇ ਜਦੋਂ ਇਹਦੇ ਵਿੱਚ ਕੰਮ ਕਰਾਂਗੇ ਜਾਂ ਇਹਨੂੰ ਅਸੀਂ ਪਲਾਨ ਕਰਾਂਗੇ, ਫਿਰ ਅਸੀਂ ਉਹਦਾ ਸਹੀ ਬਜਟ ਆਪਾਂ ਬਣਾ ਸਕਦੇ ਹਾਂ ਅਤੇ ਫਿਰ ਹੀ ਉਹ ਹੋ ਸਕਦਾ। ਉਹ ਕ੍ਰਿਟੀਕਲ ਤਾਂ ਰਹਿਣਾ ਹੀ ਆ। ਐਂਡ ਆਈ ਮਸਟ ਸੇ ਕਿ ਐਕਚੁਅਲੀ ਜੇ ਇੰਨਾ ਕੁ ਜਿਹੜਾ ਦੇਖੋ ਜਿਹੜੀਆਂ ਫੋਟੋਆਂ ਖਿਚਾਉਣੀਆਂ ਨੇ, ਜਿਹੜਾ ਪ੍ਰੀਮੀਅਰ ਸ਼ੋਅ ਦੇ ਉੱਤੇ ਜਾਣਾ ਆ, ਉਹ ਤੁਹਾਨੂੰ ਇੱਕ ਦਿਨ ਦਾ ਚਾਰਮ ਮਿਲਣਾ। ਪਰ ਉਹਦੇ ਪਿੱਛੇ ਜੇ ਤੁਸੀਂ 6 ਮਹੀਨੇ ਸਹੀ ਲਾਏ ਨੇ, ਫਿਰ ਤੇ ਉਹ ਫਰੂਟਫੁਲ ਹੋਣਾ। ਨਹੀਂ ਤਾਂ ਉਹ ਨਿਰੀਆਂ ਤੁਹਾਡੇ ਪੱਲੇ ਫੋਟੋਆਂ ਹੀ ਪੈਣੀਆਂ, ਹੋਰ ਕੁਛ ਨਹੀਂ। ਐਂਡ ਅਨਫੋਰਚੂਨੇਟਲੀ ਉਹ ਫੋਟੋ ਦਾ ਧਿਆਨ ਦੇ ਵਿੱਚ ਹੀ ਹਰ ਕੋਈ ਲੱਗਾ ਰਹਿੰਦਾ ਹੈਗਾ। ਉਹ ਰੀਅਲ ਚੀਜ਼ ਨੂੰ ਉਨੀ ਤਵੱਜੋ ਦਿੰਦਾ ਨਹੀਂ। ਉਹ ਰੀਅਲ ਚੀਜ਼ ਨੂੰ ਜਿੱਦਾਂ ਉਹਦਾ ਗਲ ਪੈ ਗਈ ਕਰਕੇ ਉੱਦਾਂ ਡੀਲ ਕਰਦਾ। ਜਦ ਕਿ ਫਿਲਮ ਮੇਕਰ ਹੈਜ਼ ਟੂ ਬੀ ਐਕਸਾਈਟਿਡ ਅਬਾਊਟ ਦ ਰੀਅਲ ਵਰਕ, ਹੈ ਨਾ। ਉਹਦੇ ਉੱਤੇ ਜੇ ਕੰਮ ਕਰੇ ਤੇ ਦੈਨ ਆਈ ਵੁੱਡ ਸੇ ਕਿ ਫਿਲਮਾਂ ਅਸਲ 'ਚ ਬਜਟ ਬਹੁਤ ਘੱਟ 'ਚ ਬਣ ਸਕਦੀਆਂ ਨੇ, ਪਰ ਅਸੀਂ ਅਨਨੈਸੈਸਰਲੀ ਕਿਓਟਿਕ ਸਿਚੁਏਸ਼ਨ ਕ੍ਰੀਏਟ ਕਰਕੇ ਓਵਰ ਬਜਟ ਹੋ ਜਾਂਦੇ ਹਾਂ। ਹਰਪਾਲ ਜੀ, ਸਵਾਲ ਤਾਂ ਬਹੁਤ ਨੇ ਪਰ ਸਮਾਂ ਬਹੁਤ ਘੱਟ ਹੈ, ਤੇ ਜਾਂਦੇ ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਟਿਪਸ ਤੁਸੀਂ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਵਿਊਅਰਸ ਦੇ ਨਾਲ, ਉਹਨਾਂ ਯੰਗਸਟਰਸ ਦੇ ਨਾਲ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਕਦਮ ਰੱਖਣਾ ਹੈ। ਵੈਲ, ਟਿਪਸ ਮੇਰੇ ਜੋ ਆਪਣੇ ਤਾਂ ਐਕਸਪੀਰੀਅੰਸਿਸ ਹੀ ਸ਼ੇਅਰ ਕਰ ਸਕਦਾ। ਪਹਿਲਾ ਤਾਂ ਸਭ ਤੋਂ ਮੇਰਾ ਆਪਣਾ ਬੈਂਡ, ਮੇਰਾ ਰੀਜ਼ਨ ਵਰਕਸ਼ਾਪ ਕਰਨ ਦਾ ਵੀ ਇਹੀ ਹੈ ਕਿ ਮੈਂ ਆਮ ਓਪਨ ਕਿ ਮੈਂ ਜੋ ਵੀ ਕੋਈ ਮੈਨੂੰ ਜੋ ਪਤਾ ਹੈ, ਮੇਰੇ ਕੋਲੋਂ ਕੋਈ ਜਾਣਨਾ ਚਾਹੁੰਦਾ ਤੇ ਐਵਰੀਬਡੀ ਇਜ਼ ਵੈਲਕਮ। ਤੁਸੀਂ ਮੈਨੂੰ ਅਪਰੋਚ ਕਰ ਸਕਦੇ ਹੋ। ਜੋ ਮੈਨੂੰ ਪਤਾ ਉਹ ਮੈਂ ਓਪਨ ਬੁੱਕ ਵਾਂਗ ਤੁਹਾਡੇ ਸਾਹਮਣੇ ਰੱਖ ਦੇਵਾਂਗੇ। ਉਹ ਇਨਫੋਰਮੇਸ਼ਨ ਤੁਹਾਡੇ ਕੰਮ ਆ ਜਾਵੇ, ਤੁਸੀਂ ਉਹਨੂੰ ਕਿੱਦਾਂ ਵਰਤੋ ਨਾ ਵਰਤੋ, ਉਹ ਤੁਹਾਡੀ ਆਪਣੀ ਜਰਨੀ ਆ। ਪਰ ਮੈਂ ਐਟਲੀਸਟ ਮੇਰਾ ਮਨ ਇਹ ਹੈ ਵੀ ਜਿਹੜੀਆਂ ਗੱਲਾਂ ਦੱਸ ਦੇਣੀਆਂ ਚਾਹੀਦੀਆਂ, ਹੈ ਨਾ, ਉਹ ਦੱਸ ਦੇਣੀਆਂ ਚਾਹੀਦੀਆਂ। ਮੈਂ ਐਟਲੀਸਟ ਕੋਈ ਓਲਾ ਨਹੀਂ ਰੱਖਣਾ ਚਾਹੁੰਦਾ, ਕਿਉਂਕਿ ਮੈਨੂੰ ਨਹੀਂ ਚੰਗਾ ਲੱਗਾ ਕਿ ਜਦੋਂ ਕੋਈ ਨਹੀਂ ਸੀ ਦੱਸਦੇ ਜੋ ਦੱਸ ਸਕਦੇ ਸੀ ਲੋਕ। ਸੋ ਦੈਟ ਇਜ਼ ਥਿੰਗ। ਐਂਡ ਦੇ ਜਿਹੜੇ ਨਵੇਂ ਯੰਗਸਟਰਸ ਜਿਹੜੇ ਨੇ, ਉਹਨਾਂ ਦੇ ਵਾਸਤੇ ਮੈਂ ਇਹ ਜ਼ਰੂਰ ਕਹੂੰਗਾ ਕਿ ਭਾਈ ਆਪਣਾ ਕੰਮ ਕਰੋ, ਕ੍ਰੀਏਟਿਵ ਤੇ ਹੋਵੋ। ਉਹਦੇ ਨਾਲ ਪਰਸੈਪਸ਼ਨਸ ਤੋਂ ਬਚੋ। ਇੰਡਸਟਰੀ ਦੇ ਵਿੱਚ ਕੰਮ ਕਰਨ ਵਾਸਤੇ ਯੂ ਡੋਂਟ ਹੈਵ ਟੂ ਬੀ ਰਿਚ, ਔਰ ਤੁਸੀਂ ਅਮੀਰ ਦਿਸਣੇ ਵੀ ਜ਼ਰੂਰੀ ਨਹੀਂ ਹੈ। ਕਈ ਵਾਰੀ ਸਾਡੇ ਕੋਲ ਮੀਨਸ ਹੁੰਦੇ ਨਹੀਂ ਆ, ਪਰ ਸਾਨੂੰ ਸ਼ਾਇਦ ਲੱਗਦਾ ਵੀ ਲੱਗਣਾ ਚਾਹੀਦਾ ਕਿ ਉਹ ਬੜਾ, ਹੈ ਨਾ। ਵੀ ਡੋਂਟ ਹੈਵ ਟੂ ਬੀ, ਇਟਸ ਜਸਟ ਅਨਦਰ ਇੰਡਸਟਰੀ। ਆਪਾਂ ਆਮ ਲੋਕ ਹਾਂ, ਜਸਟ ਲਾਈਕ ਕਿਸੇ ਵੀ ਇੰਡਸਟਰੀ ਦੇ ਵਿੱਚ ਹੁੰਦੇ ਨੇ। ਆਪਾਂ ਮਜ਼ਦੂਰ ਲੋਕ ਹਾਂ, ਆਪਾਂ ਮਿਹਨਤ ਕਰਦੇ ਹਾਂ।
ਤੇ ਸਾਡੇ ਕੋਲ ਆਪਣਾ ਜਿਹੜਾ ਵੀ ਡੋਂਟ ਹੈਵ ਟੂ ਲੁੱਕ ਲਾਈਕ ਕਿ ਕੰਮ ਸਾਨੂੰ ਆਉਂਦਾ ਹੋਣਾ ਚਾਹੀਦਾ, ਅਸੀਂ ਕੰਮ ਕਰੀਏ, ਨਾ ਕਿ ਅਸੀਂ ਦਿਖਾਵੇ ਤੋਂ ਦੇ ਵਿੱਚ ਨਹੀਂ ਪੈਣਾ, ਆਪਣੇ ਵਾਸਤੇ ਹਾਰਡ ਨਹੀਂ ਕਰਨਾ ਇੰਡਸਟਰੀ 'ਚ ਸਰਵਾਈਵ ਕਰਨਾ। ਇਹ ਲੌਂਗ ਜਰਨੀ ਆ, ਬੜੀ ਦੇਰ ਰਹਿਣਾ ਪੈਣਾ, ਕਈ ਸਾਲਾਂ ਦੀ ਮਿਹਨਤ ਹੈ। ਜਿਹੜੇ ਸਾਨੂੰ ਸਕਸੈਸਫੁਲ ਬੰਦੇ ਨਜ਼ਰ ਆਉਂਦੇ ਨੇ, ਜਿਹੜਾ ਸਾਡੇ ਅਸੀਂ ਕਹਿੰਦੇ ਉਹ ਨਵਾਂ ਮੁੰਡਾ ਆਇਆ, ਉਹ ਨਵੇਂ ਮੁੰਡੇ ਨੇ ਵਿਚਾਰੇ ਨੇ 9 ਸਾਲ ਲਾਏ ਹੁੰਦੇ ਪਿੱਛੇ ਟੂ ਬਿਕਮ ਨਵਾਂ ਮੁੰਡਾ, ਤੇ ਉਹ ਜਿਹੜੇ 9 ਸਾਲ ਉਹ ਦੀ ਜਰਨੀ ਆ, ਉਹ ਸਸਟੇਨ ਆਪਣੇ ਆਪ ਨੂੰ ਕਿੱਦਾਂ ਕਰ ਸਕਣਾ, ਉਹਦਾ ਸਿੰਪਲ ਫਾਰਮੂਲਾ ਹੈਗਾ ਸਿੰਪਲਿਸਿਟੀ। ਸਾਦਗੀ 'ਚ ਰਹੋ, ਅਸਲੀਅਤ 'ਚ ਰਹੋ, ਔਰ ਕੰਮ ਆਪਣੇ ਦੇ ਉੱਤੇ ਫੋਕਸ ਕਰੋ, ਆਪਣੀ ਕੈਪੇਬਿਲਿਟੀ ਨੂੰ ਜ਼ਾਹਰ ਕਰੋ। ਤੁਹਾਡੀ ਕੈਪੇਬਿਲਿਟੀ ਦਾ ਮੁੱਲ ਪੈਣਾ ਤੁਹਾਡੀ ਲੁੱਕ ਦਾ, ਤੁਹਾਡੀ ਪਰਸੈਪਸ਼ਨ ਦਾ, ਤੁਹਾਡੀਆਂ ਅਨਨੈਸੈਸਰੀ, ਜਿਵੇਂ ਕੋਈ ਕਾਰ ਹੋਵੇ, ਮੇਰੇ ਕੋਲ ਸੋਹਣੀ ਕਾਰ ਹੋਵੇ, ਵੱਡੀ ਕਾਰ ਹੋਵੇ, ਤਾਂ ਹੀ ਮੈਂ ਉੱਥੇ ਜਾਵਾਂ ਉਹਨੂੰ ਮਿਲਣ, ਉਹਨਾਂ ਗੱਲਾਂ ਨੇ ਤੁਹਾਡਾ ਕੁਝ ਨਹੀਂ ਸਵਾਰਨਾ। ਸਿੰਪਲਿਸਿਟੀ ਤੁਹਾਨੂੰ ਕਾਫੀ ਦੂਰ ਤੱਕ ਲੈ ਕੇ ਜਾਊਗੀ। ਜੀ ਬਿਲਕੁਲ। ਐਂਡ ਤੁਸੀਂ ਆਪਣੀ ਇੱਕ ਬੁੱਕ ਵੀ ਲਿਖ ਰਹੇ ਹੈਗੇ ਹੋ। ਹਾਂਜੀ, ਮੈਂ ਜੋ ਵੀ ਮੇਰੇ ਫਿਲਮ ਲਰਨਿੰਗ ਹੈ ਫਰੋਮ ਫਿਲਮ ਸਕੂਲ, ਐਂਡ ਜੋ ਮੇਰੇ ਐਕਸਪੀਰੀਅੰਸਿਸ ਇੰਡਸਟਰੀ ਦੇ ਵਿੱਚ ਹੋਏ ਨੇ, ਅੱਗੇ ਵੀ ਹੋ ਰਹੇ ਨੇ, ਉਹ ਸਾਰੇ ਮੈਂ ਰਿਕਾਰਡ ਕਰਕੇ ਮੈਂ ਪੰਜਾਬੀ ਕੰਟੈਕਸਟ ਦੇ ਵਿੱਚ ਸਾਡੀ ਇੰਡਸਟਰੀ ਦੇ ਹਿਸਾਬ ਨਾਲ ਉਹਨੂੰ ਬੁੱਕ ਦਾ ਰੂਪ ਦਿੱਤਾ। ਬੜੀ ਛੇਤੀ ਆਪਾਂ ਉਹ ਬੁੱਕ ਰਿਲੀਜ਼ ਕਰ ਦਿਆਂਗੇ, ਤਾਂ ਕਿ ਜਿਹੜਾ ਵੀ ਜਾਣਨਾ ਚਾਹੁੰਦਾ ਉਹਨੂੰ ਪਤਾ ਹੋਵੇ ਕਿ ਹਾਲੀਵੁੱਡ ਕਿੱਦਾਂ ਫਿਲਮ ਬਣਾਉਂਦਾ, ਫਿਰ ਆਪਾਂ ਕਿੱਦਾਂ ਫਿਲਮ ਬਣਾਉਂਦੇ ਹਾਂ, ਅਤੇ ਆਪਾਂ ਉਹਨਾਂ ਦੀਆਂ ਵਧੀਆ ਚੀਜ਼ਾਂ ਨੂੰ ਆਪਣੇ ਕਲਚਰ, ਆਪਣੇ ਸਾਡੇ ਤਰੀਕਿਆਂ ਦੇ ਹਿਸਾਬ ਨਾਲ ਕਿੱਦਾਂ ਵਧੀਆ ਵਰਤ ਸਕਦੇ ਹਾਂ। ਮੈਨੂੰ ਐਂ ਲੱਗਦਾ ਕਿ ਆਪਣੇ ਕੋਲ ਇੱਕ ਬੜਾ ਵੱਡਾ ਚੀਜ਼ ਆ ਜੁਗਾੜ। ਜੀ, ਸਾਡੀ ਸਟਰੈਂਥ ਜਿਹੜੀ ਪੰਜਾਬੀਆਂ ਦੀ ਆ ਜੁਗਾੜ, ਉਹ ਹਾਲੀਵੁੱਡ ਦੇ ਕੋਲ ਨਹੀਂ ਹੈਗੀ, ਪਰ ਹਾਲੀਵੁੱਡ ਦੇ ਕੋਲ ਇੱਕ ਮੈਥਡ ਆ। ਆਪਾਂ ਮੈਥਡ ਨੂੰ ਅਡਾਪਟ ਨਹੀਂ ਕਰਦੇ, ਉਹਨਾਂ ਕੋਲ ਜੁਗਾੜ ਹੈ ਨਹੀਂ। ਪਰ ਬੀਇੰਗ ਪੰਜਾਬੀ, ਮੇਰਾ ਆਪਣੀ ਸਕਸੈਸ ਅਮਰੀਕਾ ਦੇ ਵਿੱਚ ਮੇਰੀ ਬੜੀ ਸੋਹਣੀ ਚੰਗੀ ਲਾਈਫ, ਸਕਸੈਸਫੁਲ ਲਾਈਫ ਰਹੀ ਆ। ਉਹਦਾ ਕਾਰਨ ਇਹ ਸੀਗਾ ਕਿ ਮੇਰੇ ਕੋਲ ਅਮਰੀਕਾ ਦੀ ਪੜ੍ਹਾਈ ਸੀ ਅਤੇ ਦੇਸੀ ਜੁਗਾੜ ਸੀ। ਉਸੇ ਚੀਜ਼ ਨੂੰ ਆਪਾਂ ਜੇ ਫਿਲਮ ਇੰਡਸਟਰੀ 'ਚ ਵੀ ਵਰਤੀਏ ਕਿ ਆਪਾਂ ਥੋੜ੍ਹਾ ਜਿਹਾ ਜਿਹੜਾ ਮੈਥਡ ਹੈ, ਪ੍ਰੋਸੈਸ ਆ, ਉਹਨੂੰ ਵੀ ਸਮਝ ਕੇ ਸਿੱਖੀਏ, ਅਤੇ ਸਾਡੀ ਜਿਹੜੀ ਸਟਰੈਂਥ ਹੈ ਜੁਗਾੜ, ਉਹਨੂੰ ਤਾਂ ਅਸੀਂ ਵਾੜਨਾ ਹੀ ਹੁੰਦਾ, ਵਰਤਣਾ ਹੀ ਹੁੰਦਾ, ਵਰਤਣਾ ਚਾਹੀਦਾ, ਪਰ ਉਹ ਇੱਕ ਡਿਸਿਪਲਿਨ ਦੇ ਨਾਲ, ਇੱਕ ਮੈਥਡ ਦਾ ਵੀ ਰਿਸਪੈਕਟ ਕਰੀਏ ਵੀ ਤਰੀਕਾ ਵੀ ਹੈਗਾ, ਇਹਦੀ ਇੱਕ ਸਾਇੰਸ ਵੀ ਹੈਗੀ। ਜੇ ਅਸੀਂ ਇੱਦਾਂ ਕੰਮ ਕਰਾਂਗੇ ਤਾਂ ਮੈਨੂੰ ਲੱਗਦਾ ਆਪਾਂ ਹੋਰ ਮੱਚ ਮੋਰ ਐਫੀਸ਼ੀਐਂਟ ਕੰਮ ਕਰ ਸਕਾਂਗੇ। ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਸੋ ਮਚ। ਥੈਂਕ ਯੂ PTC। ਥੈਂਕ ਯੂ। ਹੈਡਲਾਈਨ ਕੈਨੇਡਾ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਮੁਲਾਕਾਤ ਹਰਪਾਲ ਸਿੰਘ ਜੀ ਦੇ ਨਾਲ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਗੱਲਬਾਤ ਪਸੰਦ ਆਈ ਹੋਵੇਗੀ। ਜੇ ਤੁਸੀਂ ਇਸ ਸੰਬੰਧੀ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਲਿਖ ਕੇ ਭੇਜੋ feedback@ptcnetwork.com ਤੇ। ਅਗਲੇ ਹਫਤੇ ਅਸੀਂ ਮੁੜ ਤੋਂ ਹਾਜ਼ਰ ਹੋਵਾਂਗੇ ਨਵੇਂ ਮਹਿਮਾਨ ਅਤੇ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।